आदाब सत श्री अकाल ते वाहिगुरू जी का खालसा ते वाहिगुरू जी की फतेह। पहले मीडिया जना धन्नवाद करते हैं कि बड़े शार्ट नोटिस ते तुसी सारे पहुंचे हो। साडे ट्रांसपोर्ट के कुछ काफ़ी दिनों के इशू चल रहे सन। पिछले 3-4 महीनों के असी LG साहब नूं भी मिल रहे सां, उसके उपरंत असी सैकटरी ट्रांसपोर्ट नूं भी मिल रहे सां। मिलन के बावजूद भी 4-5 इशू इहो ਜਿਹੇ सन कि ਜਿਹੜੇ सॉल्व होने की कगार ते नहीं आ रहे सन। ਉਹ परसों सवेरे प्रधान साहिबान सारे इकट्ठे होए, असी सारे बैठे हाँ। फिर साडी गल हुई सैकटरी ट्रांसपोर्ट नाल, उन्होंने अर्जेंट च एक मीटिंग रखी सैकटरीएट दे विच। असी कोई 15-16 बंदे गए हाँ। साडे इशू कोई 7 पॉइंट सन। असी 7 पॉइंट अपने सरकार के अगे रखे सन, जिहदे विच पहले मैं तुहानूं ब्रीफ करदा कि सब तो पहला जिहड़ा पॉइंट सी रोल बैक नोटिफिकेशन SO 653 डेट 5/12/2022। 5/12/2022 ਨੂੰ ਗੌਰਮੈਂਟ ਨੇ ਇੱਕ ਨਵਾਂ SO ਕੱਢਿਆ ਸੀ, ਇੱਕ ਨਵੀਂ ਨੋਟੀਫਿਕੇਸ਼ਨ ਕੱਢੀ ਦੀ ਸੀ। ਉਸ ਨੋਟੀਫਿਕੇਸ਼ਨ ਦੇ ਤਹਿਤ ਫॉर ਸਟੀਪ ਹਾਈਕ ਇਨ ਟੈਕਸਿਸ ਪੈਨਲਟੀਜ਼ ਫਾਈਨਸ ਇਨ ਰਿਸਪੈਕਟ ਆਫ ਆਲ ਟਾਈਪ ਆਫ ਕਮਰਸ਼ੀਅਲ ਵਹੀਕਲ। ਹਰ ਇੱਕ ਕਮਰਸ਼ੀਅਲ ਵਹੀਕਲ ਦੇ ਔਰ ਹਰ ਇੱਕ ਗੱਡੀਆਂ ਦੇ ਇਹਨਾਂ ਨੇ ਟੈਕਸਿਸ ਦੇ ਰੇਟ ਜੋ ਟੈਕਸ ਹਨ ਉਹ ਰੇਟ ਵਧਾਏ ਸਨ। ਉਸ ਦੇ ਵਿੱਚ ਸਾਡੇ ਵਿੱਚ ਕੀ ਹੈ ਕਿ ਪਿਛਲੇ 4-5 ਸਾਲਾਂ ਤੋਂ, ਜਿਸ ਤਰ੍ਹਾਂ 2 ਸਾਲ 3 ਸਾਲ 2.5 ਸਾਲ ਸਮਝੋ ਕਰੋਨਾ ਦਾ ਪੀਰੀਅਡ ਚਲਾ ਗਿਆ, ਉਸ ਦੇ ਵਿੱਚ ਸਾਡੀ ਬਹੁਤ ਸਾਰੀ ਗੱਡੀਆਂ ਦੇ ਪਰਮਿਟ ਰਿਨਿਊ ਨਹੀਂ ਹੋਏ ਸਨ, ਜਿਸ ਦੇ ਵਿੱਚ ਕਿ ਅਗਰ ਅਸੀਂ ਨਵੇਂ ਰੇਟ ਦੇ ਹਿਸਾਬ ਨਾਲ ਜਿਹੜੇ ਗੌਰਮੈਂਟ ਨੇ ਲਗਾਏ ਸਨ ਤੇ ਉਹ ਬਹੁਤ ਜ਼ਿਆਦਾ ਹਾਈਕ ਰੇਟ ਸਨ। ਅਸੀਂ ਉਹਨਾਂ ਨੂੰ ਰਿਕੁਐਸਟ ਇਹ ਕੀਤੀ ਸੀ ਕਿ ਇਸ SO 653 ਨੂੰ ਵਾਪਸ ਲਿਆ ਜਾਏ, ਮਗਰ ਉਹਨਾਂ ਨੇ ਸਾਡੇ ਹੱਕ ਵਿੱਚ ਇਸ ਦਾ ਇਹ ਫੈਸਲਾ ਕੀਤਾ ਹੈ ਕਿ SO 653 ਤਾਂ ਰਹੇਗਾ, ਮਗਰ ਉਹਨਾਂ ਨੇ 31 ਮਾਰਚ 2023 ਤੱਕ ਦਾ ਟਾਈਮ ਦਿੱਤਾ ਹੈ। ਜਿਸ ਤਰ੍ਹਾਂ 5/12/2022 ਨੂੰ ਅਗਰ ਉਹਨਾਂ ਨੇ SO ਕੱਢਿਆ, 6/12/2022 ਤੱਕ ਪਿਛਲਾ ਜਿਹੜਾ ਵੀ ਟੈਕਸਿਸ ਜਿਹੜੇ ਪੁਰਾਣੇ ਰੇਟ ਹਨ, ਪੁਰਾਣਾ ਜਿਹੜਾ SRO 65 ਡੇਟਿਡ 22/2/1999 ਦਾ ਜਿਹੜਾ SRO ਸੀ, ਉਸ ਦੇ ਤਹਿਤ ਹੀ ਪੈਸੇ ਲਏ ਜਾਣਗੇ। ਪਿਛਲੇ ਜਿਹੜੀ ਟੈਕਸਿਸ ਜਿਹੜੀ ਹੈ ਹਾਈਕ ਰੇਟ ਹੈ ਉਸ 'ਤੇ ਨਹੀਂ ਲੱਗੇਗਾ, ਮਗਰ 6/12/2022 ਤੋਂ ਲੈ ਕੇ 31/3/2023 ਤੱਕ, ਉਹਨਾਂ 31/3/2023 ਤੱਕ ਮੈਂ ਸਪੈਸ਼ਲੀ ਬੋਲ ਰਿਹਾ ਕਿ 31/3/2023 ਤੱਕ ਦਾ ਟਾਈਮ ਦਿੱਤਾ ਹੈ ਕਿ ਇਸ ਦੇ ਵਿੱਚ ਪਿਛਲੇ ਜਿਹੜੇ ਵੀ 4-5 ਸਾਲਾਂ ਦੇ ਟਰਾਂਸਪੋਰਟਰਾਂ ਦੇ ਜਿਹੜੇ ਵੀ ਪਰਮਿਟ ਡਿਊ ਹਨ ਉਹ ਪਰਮਿਟ ਰਿਨਿਊ ਕਰਾਏ ਜਾਣ। ਔਰ ਉਸ ਦੇ ਵਿੱਚ ਪਹਿਲੇ ਵੀ ਤੁਹਾਨੂੰ ਦੱਸਿਆ ਕਿ 6/12/2022 ਤੱਕ ਉਹ ਪੁਰਾਣੇ ਰੇਟ ਦੇ ਹਿਸਾਬ ਨਾਲ ਲੈ ਜਾਣਗੇ, ਔਰ 6/12 ਤੋਂ ਬਾਅਦ 31 ਮਾਰਚ ਤੱਕ ਉਹ 10 ਰੁਪਏ ਪਰ ਡੇ ਜਿਹੜਾ 45 ਦਿਨਾਂ ਦਾ ਆਉਂਦਾ ਹੈ, ਔਰ ਉਸ ਤੋਂ 45 ਦਿਨਾਂ ਤੋਂ ਬਾਅਦ 20 ਰੁਪਏ ਪਰ ਡੇ ਜਿਹੜੇ ਐਕਸਟਰਾ ਡੇਜ਼ ਹੋਣਗੇ ਉਸ ਦੇ ਹਿਸਾਬ ਨਾਲ ਹੈ। ਇਸ 'ਤੇ ਅਸੀਂ ਧੰਨਵਾਦ ਕਰਦੇ ਹਾਂ ਗੌਰਮੈਂਟ ਦਾ, ਕਿਉਂਕਿ ਇਹ ਇੱਕ ਸਾਡੇ ਵਾਸਤੇ ਇੱਕ ਬੜਾ ਵੱਡਾ ਇਸ਼ੂ ਬਣੇ ਦਾ ਸੀ। ਜਿਹੜਾ ਇਸ਼ੂ ਕਿ ਗੌਰਮੈਂਟ ਨੇ ਚਲੋ ਸਾਡੇ ਕਹਿਣ 'ਤੇ SRO ਕੈਂਸਲ ਦੇ SO ਕੈਂਸਲ ਨਹੀਂ ਕੀਤਾ, ਮਗਰ ਸਾਡੇ ਹਿੱਤ ਦੇ ਵਿੱਚ ਉਹਨਾਂ ਨੇ ਜਿਹੜੇ ਪਿਛਲੇ ਪਰਮਿਟ ਹਨ ਸਾਨੂੰ ਟਰਾਂਸਪੋਰਟਰਾਂ ਨੂੰ ਬਚਾਇਆ ਹੈ ਕਿ ਅਸੀਂ ਜਿਹੜੇ ਪਿਛਲੇ 4-5 ਸਾਲਾਂ ਦੇ ਡਿਊ ਪਰਮਿਟ ਸਨ ਡਿਊ ਟੂ ਕਰੋਨਾ ਦੇ, ਉਹ ਅਸੀਂ ਇਸ ਵਕਤ ਹੁਣ ਆਪਣੇ ਪਰਮਿਟ ਰਿਨਿਊ ਕਰਾ ਸਕਦੇ ਹਾਂ ਪੁਰਾਣੇ ਰੇਟ 'ਤੇ। ਮਗਰ 6/12 ਤੋਂ ਲੈ ਕੇ ਪਰ ਡੇ ਦੇ ਹਿਸਾਬ ਨਾਲ ਜਿਹੜਾ 45 ਦਿਨ 10 ਰੁਪਏ ਔਰ 45 ਦਿਨ ਤੋਂ ਬਾਅਦ 20 ਰੁਪਏ ਪਰ ਡੇ ਦੇ ਹਿਸਾਬ ਦੇ। ਇੱਥੇ ਅਸੀਂ ਥੈਂਕਸ ਕਰਦੇ ਹਾਂ ਸਰਕਾਰ ਦਾ। ਇਸ ਤੋਂ ਬਾਅਦ ਸਾਡਾ ਦੂਜਾ ਇਸ਼ੂ ਸੀ ਜਿਹੜਾ ਇੱਕ ਬੜੀ ਵੱਡੀ ਸਾਨੂੰ ਪ੍ਰੋਬਲਮ ਆਈ ਸੀ ਪਿਛਲੇ ਕੋਈ 1.5-2 ਮਹੀਨਿਆਂ ਦੇ, ਕਿਉਂਕਿ ਕੁਝ ਸਾਡੀਆਂ ਗੱਡੀਆਂ ਦੇ ਟੈਕਸਿਸ ਨੂੰ ਲੈ ਕੇ ਕੁਝ ਮੈਂ ਮਿਸਅੰਡਰਸਟੈਂਡਿੰਗ ਕਹਾਂਗਾ ਜਾਂ ਕੋਈ ਇੱਕ ਡਿਪਾਰਟਮੈਂਟ ਦੀ ਤਰਫੋਂ ਕੋਈ ਅਣਗਹਿਲੀ ਹੋਈ ਦੀ ਸੀ, ਜਿਸ ਦੇ ਤਹਿਤ ਉਹਨਾਂ ਨੇ ਤਕਰੀਬਨ ਸਾਡੀ 1000 ਗੱਡੀ ਪਿਛਲੇ 1.5-2 ਮਹੀਨਿਆਂ ਦੀ ਬਲੈਕ ਲਿਸਟਡ ਕਰਤੀ ਸੀ। ਸਾਡੀ ਉਸ ਦੇ ਵਿੱਚ ਇਹ ਮੰਗ ਸੀ ਕਿ ਸਾਡੀ ਬਲੈਕ ਲਿਸਟਡ 'ਚੋਂ ਗੱਡੀਆਂ ਹਟਾਈਆਂ ਜਾਣ। ਉਸ ਵਿੱਚ ਵੀ ਸਰਕਾਰ ਨੇ ਸਾਡੀ ਮੰਗ ਮੰਨਦੇ ਹੋਏ ਉਸ ਦੇ ਵਿੱਚ ਇਹ ਰੱਖਿਆ ਕਿ ਜਿਸ ਦੀ ਗੱਡੀ ਬਲੈਕ ਲਿਸਟਡ ਹੈ ਉਹ RTO ਆਫਿਸ ਜਾਏਗਾ। ਇਸ ਤਰ੍ਹਾਂ ਬਲੈਕ ਲਿਸਟਡ ਤੋਂ ਹਟਾਉਣ ਦੀ ਕਰਕੇ 3-3 4-4 ਵਿੰਡੋ 'ਤੇ ਜਾਣਾ ਪੈਂਦਾ ਹੈ। ਉਹਨਾਂ ਨੇ ਅੱਜ ਤੋਂ ਬੁੱਧਵਾਰ ਤੋਂ ਸਪੈਸ਼ਲ ਸਿੰਗਲ ਇੱਕ ਵਿੰਡੋ ਖੋਲ੍ਹੀ ਹੈ। ਜਿਸ ਨੇ ਵੀ ਟੈਕਸ ਦਿੱਤੇ ਦਾ ਉਹ ਆਪਣੀ ਟੈਕਸ ਦੀ ਰਸੀਦ ਜਾਂ ਪਾਸਬੁੱਕ, ਜਿਸ ਬੁੱਕ 'ਤੇ ਐਂਟਰੀ ਲੱਗੀ ਦੀ ਹੈ, ਦੋਵਾਂ 'ਚੋਂ ਕੋਈ ਵੀ ਇੱਕ ਚੀਜ਼ ਓਨਰ ਆਪਣਾ ਸੈਲਫ ਅਟੈਸਟਡ ਕਰਕੇ ਆਪਣੇ ਸਾਈਨ ਮਾਰ ਕੇ ਕਿਸੇ ਨੂੰ ਵੀ ਭੇਜ ਸਕਦਾ ਹੈ। ਉਹ ਫੋਟੋ ਕਾਪੀ ਉਹ ਰੱਖਣਗੇ, ਔਰ ਜਿਸ ਦਿਨ ਤੁਸੀਂ ਜਮ੍ਹਾਂ ਕਰੋਗੇ ਵਿਦਿਨ 7 ਡੇਜ਼ 7 ਦਿਨਾਂ ਦੇ ਅੰਦਰ ਅੰਦਰ ਤੁਹਾਡੀ ਗੱਡੀ ਬਲੈਕ ਲਿਸਟ ਤੋਂ ਹਟਾਈ ਜਾਏਗੀ। ਕਿਉਂਕਿ ਇਹ ਸਾਡੇ ਵਾਸਤੇ ਇੱਕ ਬੜੀ ਵੱਡੀ ਪ੍ਰੋਬਲਮ ਆਈ ਸੀ, ਬੜੀ ਵੱਡੀ ਚੁਣੌਤੀ ਇਹੋ ਜਿਹੀ ਸੀ ਕਿ ਜਿਸ ਦੀ ਕਰਕੇ ਅਸੀਂ ਬੜੇ ਦੁਖੀ ਹੋ ਚੁੱਕੇ ਸਾਂ ਕਿ ਬਹੁਤ ਸਾਰੀ ਗੱਡੀਆਂ ਦੇ ਇਸ ਵਕਤ ਫਿਟਨੈਸਿਸ ਸਨ, ਟੈਕਸ ਸਨ, ਉਹ ਭਰਨ ਨਹੀਂ ਹੋ ਰਹੇ ਸਨ ਕਿਉਂਕਿ ਬਲੈਕ ਲਿਸਟਡ ਹੋ ਚੁੱਕੀਆਂ ਸਨ। ਇਹ ਵੀ ਅਸੀਂ ਸਰਕਾਰ ਦਾ ਥੈਂਕਸ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਕ ਇਹ ਵੀ ਬੜਾ ਵੱਡਾ ਮੌਕਾ ਦਿੱਤਾ ਹੈ, ਕਿਉਂਕਿ ਇਹ ਵੀ ਜ਼ਰੂਰੀ ਹੈ ਕਿ ਸਾਡੇ ਕੋਲ ਅਸੀਂ ਟੈਕਸ ਦੀਆਂ ਰਸੀਦਾਂ ਜਾਂ ਆਪਣੀ ਜਿਹੜੀ ਪਾਸਬੁੱਕ 'ਤੇ ਸਟੈਂਪ ਸੀਲ ਸਟੈਂਪ ਲੱਗੀ ਦੀ ਹੈ RTO ਆਫਿਸ ਦੀ, ਉਹ ਦੇ ਕੇ ਅਸੀਂ 7 ਦਿਨਾਂ ਦੇ ਅੰਦਰ ਆਪਣੀ ਗੱਡੀ ਬਲੈਕ ਲਿਸਟ ਤੋਂ ਹਟਾ ਸਕਦੇ ਹਾਂ। ਇਹ ਹੋ ਗਿਆ ਦੂਜਾ ਪੁਆਇੰਟ।
ਇਸ ਤੋਂ ਬਾਅਦ ਆ ਗਿਆ ਤੁਹਾਡਾ ਤੀਜਾ ਪੁਆਇੰਟ ਜਿਹੜਾ ਮੇਨ ਸੀ, ਇੱਕ ਬੜੇ ਸਾਲਾਂ ਦੀ ਪਿਛਲੇ ਇਸ਼ੂ ਚੱਲ ਰਿਹਾ ਸੀ, ਜਿੱਦੀ ਕਰਕੇ ਸਾਡੀਆਂ ਪਹਿਲੇ ਵੀ ਮੀਟਿੰਗ ਹੋਈਆਂ, ਮਿੰਟਸ ਨਿਕਲੇ, ਅਸੀਂ ਪਿਛਲੇ 4 ਮਹੀਨੇ ਦਾ ਪਹਿਲੇ ਟਾਈਮ ਲਿਆ। ਉਹ ਸੀ ਸਾਡਾ VLTDS, ਮਤਲਬ ਸਾਡੀ ਗੱਡੀਆਂ ਨੂੰ GPS ਲੱਗਣੇ, ਸਾਡੀ ਗੱਡੀਆਂ ਨੂੰ ਇੱਕ ਪੈਨਿਕ ਬਟਨ ਲੱਗਣਾ। ਉਹ ਸਾਡੀ ਇਹ ਮੰਗ ਸੀ ਕਿ ਜਦ ਤੱਕ ਉਸ ਦਾ ਕੰਟਰੋਲ ਰੂਮ ਹੀ ਨਹੀਂ ਹੈ ਗੌਰਮੈਂਟ ਦਾ, ਤੇ ਗੌਰਮੈਂਟ ਸਾਨੂੰ VLTDS ਦੀ ਕਿਉਂ ਸਾਨੂੰ ਇੰਨਾ ਜ਼ੋਰ ਭਰ ਰਹੀ ਹੈ, ਤੇ ਉਹ ਵੀ ਸਾਡੀ ਮੰਗ ਮੰਨ ਲਈ ਗਈ ਹੈ। ਕਿਸੇ ਵੀ ਗੱਡੀ ਦਾ ਫਿਲਹਾਲ ਜਦ ਤੱਕ ਕੰਟਰੋਲ ਰੂਮ JNK ਦੇ ਵਿੱਚ ਨਹੀਂ ਬਣਦਾ, ਤਬ ਤੱਕ ਕਿਸੇ ਵੀ ਗੱਡੀ ਦੇ ਵਿੱਚ ਪੈਨਿਕ ਬਟਨ ਜਾਂ VLTDS ਕੁਛ ਵੀ ਲਗਾਉਣ ਦੀ ਜ਼ਰੂਰਤ ਨਹੀਂ ਹੈ। ਉਸ ਦੇ ਬਿਨਾ ਫਿਟਨੈਸ ਵਗੈਰਾ ਹਰ ਚੀਜ਼ ਜਿਹੜੀ ਹੈ ਉਸ ਤੋਂ ਬਿਨਾ ਹੋਏਗੀ, ਕਿਉਂਕਿ ਪਹਿਲੇ ਸਾਡੀ ਫਿਟਨੈਸ ਦੀ ਪ੍ਰੋਬਲਮ ਆਉਂਦੀ ਸੀ, ਹੁਣ ਉਹ ਪ੍ਰੋਬਲਮ ਨਹੀਂ ਆਏਗੀ। ਸਰਕਾਰ ਨੇ ਸਾਨੂੰ ਇਹ ਇਨ ਰਾਈਟਿੰਗ ਆਰਡਰ ਦਿੱਤਾ ਹੈ, ਆਰਡਰ ਵੀ ਤੁਹਾਨੂੰ ਦੇ ਦਿਆਂਗੇ, ਕਿਉਂਕਿ ਇਸ ਦੀ ਕਰਕੇ ਵੀ ਅਸੀਂ LG ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਇਹਦੇ ਵਿੱਚ ਸਾਡੀ ਸਭ ਤੋਂ ਵੱਡੀ ਮੰਗ ਜਿਹੜੀ ਸੀ ਉਹ ਸਾਡੀ ਛੋਟੀ ਗੱਡੀਆਂ ਦੀ ਕਰਕੇ, ਜਿਹੜੀਆਂ ਕਮਰਸ਼ੀਅਲ ਗੱਡੀਆਂ, ਜਿਹੜੀਆਂ ਪੈਸੇਂਜਰ ਗੱਡੀਆਂ, ਮਿੰਨੀ ਬੱਸਿਸ ਹਨ, ਉਹਨਾਂ ਦੀ ਕਰਕੇ ਸਾਨੂੰ ਬਹੁਤ ਜ਼ਿਆਦਾ ਮਤਲਬ ਟਰਾਂਸਪੋਰਟਰ ਬੜਾ ਮਤਲਬ ਮੈਂ ਕਹਿੰਦਾ ਕਿ ਇੱਕ ਬੋਝ ਬਣੇਦਾ ਸੀ, ਪਲੱਸ ਬੜਾ ਨਾ ਉਮੀਦ ਹੋਏਦਾ ਸੀ ਕਿ 10-10 11-11 ਹਜ਼ਾਰ ਰੁਪਇਆ ਜਿਹੜਾ ਸਾਡਾ VLTS ਦੀ ਕਰਕੇ TDS ਦੀ ਕਰਕੇ ਲੱਗਦਾ ਸੀ, ਤੇ ਜਿੱਦਾਂ ਸਾਡੇ ਕੋਲ ਇੱਥੇ ਇਹਨਾਂ ਕੋਲ ਕਿ ਕੰਟਰੋਲ ਰੂਮ ਹੀ ਨਹੀਂ ਸੀ, ਤੇ ਉਹ ਚੀਜ਼ ਗੌਰਮੈਂਟ ਨੇ ਵਿਡਰਾ ਕੀਤੀ ਹੈ, ਵਾਪਸ ਲਈ ਹੈ। ਹਲੇ ਫਿਲਹਾਲ ਕਿਸੇ ਵੀ ਗੱਡੀ ਦੇ ਵਿੱਚ VLTDS ਲਗਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਦੀ ਕਰਕੇ ਸਰਕਾਰ ਦਾ ਧੰਨਵਾਦ ਕਰਦੇ ਹਾਂ। ਉਸ ਤੋਂ ਬਾਅਦ ਸਾਡਾ ਚੌਥੀ ਜਿਹੜੀ ਮੰਗ ਸੀ ਉਹ ਸੀ ਕਿ ਪਿਛਲੇ ਬੜੇ ਦਿਨਾਂ ਦਾ ਸਾਡੇ ਟੈਕਸ ਨੂੰ ਲੈ ਕੇ ਪ੍ਰੋਬਲਮ ਆਈ ਸੀ, ਕਿਉਂਕਿ ਅਸੀਂ ਟੈਕਸ ਲੈ ਕੇ ਦੇ ਟੈਕਸ ਗੌਰਮੈਂਟ ਨੂੰ ਦੇਣਾ ਹੁੰਦਾ ਹੈ, ਪੈਸੇਂਜਰ ਕੋਲ ਲੈ ਕੇ ਪੈਸੇਂਜਰ ਟੈਕਸ ਤਾਂ ਹੀ ਗੌਰਮੈਂਟ ਨੂੰ ਦੇਣਾ ਹੁੰਦਾ ਹੈ। ਇੱਥੇ ਉਲਟਾ ਕੰਮ ਹੋ ਗਿਆ ਤਾਂ ਸੀ, ਇੱਥੇ ਸਾਡੇ ਕੋਲ ਸਾਲ ਦਾ ਐਡਵਾਂਸ ਟੈਕਸ ਮੰਗਿਆ ਜਾ ਰਿਹਾ ਸੀ, ਤੇ ਉਸ ਦੇ ਸੰਬੰਧ ਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਟੈਕਸ ਜਿਹੜਾ ਹੈ ਉਹ ਕੁਆਟਰਲੀ ਹੋਏਗਾ। ਉਸ ਦੀ ਕਰਕੇ ਉਹਨਾਂ ਨੇ ਥੋੜ੍ਹਾ ਜਿਹਾ ਟਾਈਮ ਮੰਗਿਆ, ਵਿਦਿਨ ਵੀਕ ਜਾਂ 10 ਦਿਨਾਂ ਦੀ ਕਰਕੇ, ਉਹ ਵੀ ਟੈਕਸ ਕੁਆਟਰਲੀ ਦੀ ਕਰਕੇ ਉਹਨਾਂ ਹਾਮੀ ਭਰੀ ਹੈ ਕਿ ਟੈਕਸ ਜਿਹੜਾ ਹੈ ਉਹ ਕੁਆਟਰਲੀ ਦਿੱਤਾ ਜਾਏਗਾ। ਇਹਦੀ ਕਰਕੇ ਉਹ ਸਰਕਾਰ ਦਾ ਹੀ ਧੰਨਵਾਦ ਕਰਦੇ ਹਾਂ। ਉਸ ਤੋਂ ਬਾਅਦ ਰਿਪਲੇਸਮੈਂਟ ਪਾਲਿਸੀ ਸੀ, ਜਿਸ ਦੇ ਤਹਿਤ ਅਸੀਂ ਕਿਹਾ ਸੀ ਕਿ ਜਿਹੜੀਆਂ 10 ਸਾਲ, ਜਿਸ ਤਰ੍ਹਾਂ ਹੁਣ ਪਕੜ ਲਓ 2023 ਚੱਲ ਰਿਹਾ, 2023 'ਚ 2013 ਤੱਕ ਜਿਹੜੀ 2013 ਮਾਡਲ ਦੀ ਗੱਡੀ ਹੈ ਉਸ ਨੂੰ 10 ਸਾਲ ਹੋ ਗਏ। ਸਾਡਾ ਕਹਿਣ ਦਾ ਭਾਵ ਇਹ ਸੀ ਕਿ ਗੱਡੀ ਦੀ ਅਗਰ 20 ਸਾਲ ਜਾਂ 25 ਸਾਲ ਏਜ ਹੈ, ਸਾਨੂੰ 20 ਸਾਲ ਤੱਕ ਉਸ ਨੂੰ ਦਿੱਤਾ ਜਾਏ ਕਿ ਅਸੀਂ 20 ਸਾਲ ਪੁਰਾਣੀ ਤੱਕ ਗੱਡੀ ਦਾ ਅਸੀਂ ਰਿਪਲੇਸਮੈਂਟ ਪਾਲਿਸੀ ਦੇ ਤਹਿਤ ਉਸ ਨੂੰ ਪਰਮਨੈਂਟ ਰਿਪਲੇਸ ਕਰ ਸਕਦੇ ਹਾਂ। ਉਸ ਦੇ ਵਿੱਚ ਉਹਨਾਂ ਨੇ ਫਿਲਹਾਲ ਹਾਲੇ 10 ਸਾਲ ਹੀ ਰੱਖਿਆ, ਮਗਰ ਉਸ ਦੇ ਵਿੱਚ ਇਹਨਾਂ ਨੇ ਇਹ ਰੱਖਿਆ ਕਿ ਤੁਸੀਂ ਇਸ ਨੂੰ ਕਮੇਟੀ ਦੇ ਵਿੱਚ ਪਾ ਕੇ ਨਾ RTO ਕਮੇਟੀ ਦੇ ਵਿੱਚ ਪਾ ਕੇ ਤੁਸੀਂ ਪਰ ਵੇਰੀਅਸ ਮਤਲਬ ਪਰਮਿਟ ਤੁਸੀਂ ਇੱਕ ਜਗ੍ਹਾ ਤੋਂ ਦੂਜੇ ਜਗ੍ਹਾ ਦਾ ਜਿਹੜਾ ਰੂਟ ਪਰਮਿਟ ਹੈ ਉਹ ਚੇਂਜ ਕਰ ਸਕਦੇ ਹੋ। ਹਾਂ, ਸਾਡਾ ਕੰਮ ਉਸ ਦੇ ਵਿੱਚ ਵੀ ਸਾਡਾ ਕੰਮ ਜਿਹੜਾ ਆਪਣਾ ਹੋ ਜਾਂਦਾ ਹੈ। ਅਸੀਂ ਇਸ ਦੀ ਕਰਕੇ ਵੀ ਸਰਕਾਰ ਦਾ ਧੰਨਵਾਦ ਕਰਦੇ ਹਾਂ। ਉਸ ਤੋਂ ਬਾਅਦ ਇੱਕ ਸਾਡੀ ਹੋਰ ਬੜੀ ਵੱਡੀ ਪ੍ਰੋਬਲਮ ਸੀ ਜਿਹੜੀ NIC ਹੈ। NIC ਦੀ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ। ਇਹਨਾਂ ਦਾ ਜਿਹੜਾ ਬਾਹਰ ਸਰਵਰ ਹੈ ਅੰਦਰ ਹੈ ਉਹ ਆਪਸ ਵਿੱਚ ਮੈਚ ਹੀ ਨਹੀਂ ਕਰਦਾ, ਤੇ NIC ਦੀ ਕਰਕੇ ਉਹਨਾਂ ਨੇ ਸਾਨੂੰ ਥੋੜ੍ਹਾ ਜਿਹਾ ਟਾਈਮ ਮੰਗਿਆ, ਕਿਉਂਕਿ ਇਹ ਸੈਂਟਰ ਗੌਰਮੈਂਟ ਦਾ ਡਿਪਾਰਟਮੈਂਟ ਹੈ। ਕਹਿੰਦੇ ਨੇ ਕਿ ਇਸ ਦੇ ਤਹਿਤ ਵੀ ਅਸੀਂ ਤੁਹਾਨੂੰ ਵਿਦਿਨ ਫਿਊ ਡੇਜ਼, ਅਸੀਂ ਕੁਝ ਦਿਨਾਂ ਦੇ ਵਿੱਚ ਤੁਹਾਨੂੰ ਇਸ ਦੀ ਵੀ ਪ੍ਰੋਬਲਮ ਸੋਲਵ ਕਰਕੇ ਦੇਵਾਂਗੇ। ਉਸ ਤੋਂ ਬਾਅਦ ਇੱਕ ਸਾਡਾ ਹੋਰ ਬੜਾ ਵੱਡਾ ਜਿਹੜਾ ਇਸ਼ੂ ਹੈ, ਉਹ ਇਸ਼ੂ ਇਹ ਹੈ ਕਿ ਜਿਹੜਾ ਸਟਾਰਟਿੰਗ ਵਿੱਚ ਕਿਹਾ ਗਿਆ ਸਾਨੂੰ ਜੀ ਗ੍ਰੀਨ ਟ੍ਰਿਬਿਊਨਲ ਦੀ ਤਰਫੋਂ ਜੀ ਫੀਸ ਵਧਾਈ ਗਈ, ਮਗਰ ਬਾਅਦ ਹੀ ਸਾਨੂੰ ਪਤਾ ਚੱਲਿਆ ਕਿ ਉਹ ਫੀਸ ਫਿਟਨੈਸ ਫੀਸ ਹਾਈਕ ਹੋਈ ਸੀ, ਜਿਸਦੇ ਵਿੱਚ ਕਿ ਮੇਰੇ ਖਿਆਲ 14-1500% ਫੀਸ ਹਾਈਕ ਹੋਈ ਸੀ। ਉਹ ਇਸ ਕਰਕੇ ਕਿ ਹਰ ਆਲ ਓਵਰ ਇੰਡੀਆ ਦੇ ਵਿੱਚ ਫਿਟਨੈਸ ਜਿਹੜੀ ਹੈ ਸਾਲ ਦੇ ਵਿੱਚ ਗੱਡੀਆਂ ਦੀ ਇੱਕ ਵਾਰ ਹੁੰਦੀ ਹੈ, ਸਾਡੀ ਉਹਨਾਂ ਨੇ ਸਾਲ ਦੇ ਵਿੱਚ 2 ਵਾਰ ਕਰ ਦਿੱਤੀ, ਔਰ ਫੀਸ ਇੰਨੀ ਜ਼ਿਆਦਾ ਹਾਈਕ ਕਰ ਦਿੱਤੀ ਕਿ ਅਗਰ 2 ਵਾਰ ਕਰਾਂਗੇ ਤਾਂ ਮੇਰੇ ਹਿਸਾਬ ਨਾਲ 1500-1600% ਹਾਈਕ ਸੀ। ਹਾਂ, ਉਸ 15 ਸਾਲ ਦੀ ਜਿਹੜੀ ਕੈਟਾਗਰੀ ਦੀ ਗੱਡੀ ਹੈ, 15 ਸਾਲ ਤੋਂ ਉੱਪਰ ਦੀ ਗੱਡੀ ਦੀ ਫੀਸ ਹਾਈਕ ਕੀਤੀ ਸੀ। ਉਹ ਵੀ ਸਾਨੂੰ ਇਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਉਹ ਸਾਡੀ ਪਰਸੋਂ ਚੀਫ ਸੈਕਟਰੀ ਸਾਹਿਬ ਨਾਲ ਵੀ ਗੱਲ ਹੋਈ ਸੀ, 9 ਜਾਂ 10 ਤਰੀਕ ਨੂੰ ਉਹ ਜੰਮੂ ਆਉਣਗੇ, ਉਹਨਾਂ ਨਾਲ ਸਾਡੀ 9, 10 ਜਾਂ 11 ਨੂੰ ਸਾਡੀ ਮੀਟਿੰਗ ਹੋਏਗੀ। ਉਹ ਵੀ ਇਹਨਾਂ ਨੇ ਕਿਹਾ ਕਿ ਇਸੇ ਜਨਵਰੀ ਦੇ ਮਹੀਨੇ ਦੇ ਵਿੱਚ ਉਹ ਜਿਹੜੀ ਸਾਲ ਦੀ 2 ਵਾਰ ਫਿਟਨੈਸ ਹੋ ਰਹੀ ਹੈ ਜਾਂ ਦੇ ਸਾਲ ਵਿੱਚ ਇੱਕ ਵਾਰ ਹੋ ਜਾਏਗੀ ਜਾਂ ਉਹਦੀ ਫੀ 50% ਹੋ ਜਾਏਗੀ। ਫੀਸ 50% ਕਰ ਦੇਣਗੇ, ਫਿਟਨੈਸ ਚਾਹੇ 6 ਮਹੀਨੇ ਦੀ ਹੁੰਦੀ ਰਹੇ, ਫੀਸ 50% ਹੋ ਜਾਏਗੀ। ਇਸ ਦੀ ਕਰਕੇ ਅਸੀਂ ਬੜਾ ਧੰਨਵਾਦ ਕਰਦੇ ਹਾਂ LG ਪ੍ਰਸ਼ਾਸਨ ਦਾ, LG ਸਰਕਾਰ ਦਾ, ਕਿ ਜਿਨ੍ਹਾਂ ਨੇ ਟੇਬਲ 'ਤੇ ਬੈਠ ਕੇ, ਮੈਂ ਕਿਉਂਕਿ ਹਮੇਸ਼ਾ ਕਹਿੰਦਾ ਰਿਹਾ ਕਿ ਟੇਬਲ ਟਾਕ ਦੇ ਰਾਹੀਂ ਮਸਲੇ ਹੱਲ ਹੋ ਸਕਦੇ ਹਨ, ਸਿਰਫ ਸਾਡਾ ਔਰ ਸਰਕਾਰ ਦਾ ਜਿਹੜਾ ਕਮਿਊਨੀਕੇਸ਼ਨ ਗੈਪ ਹੈ ਉਹ ਭਰਨ ਦੀ ਲੋੜ ਹੈ। ਤੇ ਕਿਤੇ ਨਾ ਕਿਤੇ ਪਰਸੋਂ ਸਾਡੀ ਜਿਹੜੀ ਸਰਕਾਰ ਨਾਲ ਮੀਟਿੰਗ ਹੋਈ ਹੈ
ਉਹ ਕਮਿਊਨੀਕੇਸ਼ਨ ਗੈਪ ਭਰਿਆ ਗਿਆ ਹੈ। ਉਸ ਦੇ ਵਿੱਚ ਸਭ ਤੋਂ ਪਹਿਲੇ ਅਸੀਂ ਐਲਜੀ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ। ਉੱਥੇ ਹੀ ਟਰਾਂਸਪੋਰਟ ਕਮਿਸ਼ਨਰ ਔਰ ਉੱਥੇ ਹੀ ਸਭ ਤੋਂ ਪਹਿਲੇ ਅਸੀਂ ਜਿਹੜਾ ਹੈ ਸੈਕਟਰੀ ਟਰਾਂਸਪੋਰਟ ਉਹਨਾਂ ਦਾ ਸਾਨੂੰ ਬੜਾ ਸਹਿਯੋਗ ਰਿਹਾ। ਜਿੱਥੇ ਵੀ ਸਾਡੀ ਕੋਈ ਪ੍ਰੋਬਲਮ ਆਉਂਦੀ ਹੈ ਉਹ ਟਾਈਮ ਬੇ ਟਾਈਮ ਸਾਡੀਆਂ ਮੰਗਾਂ ਸੁਣਨ ਨੂੰ ਬੈਠੇ ਦੇ ਹੁੰਦੇ ਹਨ। ਉਸ ਦਿਨ ਵੀ ਅਸੀਂ 11:30 ਵਜੇ ਉਹਨਾਂ ਨੂੰ ਫੋਨ ਕੀਤਾ, ਪਰਸੋਂ ਦੀ ਗੱਲ ਹੈ, ਤੇ ਉਹਨਾਂ ਨੇ 1 ਵਜੇ ਦੀ ਮੀਟਿੰਗ ਰੱਖ ਲਈ ਔਰ 1 ਵਜੇ ਉਹਨਾਂ ਨੇ ਸਾਰੇ ਆਪਣੇ ਟਰਾਂਸਪੋਰਟ ਕਮਿਸ਼ਨਰ, ਐਡੀਸ਼ਨਲ ਸੈਕਟਰੀ ਟੂ ਦਾ ਗਵਰਨਮੈਂਟ ਟਰਾਂਸਪੋਰਟ ਡਿਪਾਰਟਮੈਂਟ, ਆਰਟੀਓ ਸਾਹਿਬਾਨ, ਏਆਰਟੀਓ ਸਾਹਿਬਾਨ, ਸਾਰਿਆਂ ਨੂੰ ਬੁਲਾ ਕੇ 3.5 ਘੰਟੇ ਸਾਡੀ ਮੀਟਿੰਗ ਚੱਲੀ ਹੈ ਔਰ 3.5 ਘੰਟੇ ਦੇ ਵਿੱਚ ਬੜਾ ਪੋਜ਼ਿਟਿਵ ਰਿਸਪਾਂਸ ਦਿੱਤਾ ਹੈ ਉਹਨਾਂ ਨੇ ਜਿਹੜੇ ਸਾਡੇ ਕੰਮ ਕੀਤੇ ਨੇ, ਅਸੀਂ ਇੱਦੀ ਕਰਕੇ ਉਹਨਾਂ ਦਾ ਧੰਨਵਾਦ ਕਰਦੇ ਹਾਂ। ਔਰ ਰਹਿੰਦੇ ਸਾਡੇ ਜਿਹੜੇ 2-3 ਹੋਰ ਪੈਂਡਿੰਗ ਹਨ, ਕਿਉਂਕਿ ਇਸ ਵਕਤ ਸਾਡਾ ਸਭ ਤੋਂ ਜ਼ਰੂਰੀ ਜਿਹੜਾ ਸਭ ਤੋਂ ਇੰਪੋਰਟੈਂਟ ਜਿਹੜਾ ਮੁੱਦਾ ਜਿਸ ਤਰ੍ਹਾਂ VLTDS ਸੀ ਉਹ ਇਹਨਾਂ ਨੇ ਕੀਤਾ। ਉਸ ਤੋਂ ਇਲਾਵਾ ਹੁਣ ਸਾਡਾ ਫਿਟਨੈਸ ਫੀਸ ਵਾਲਾ ਕਿ ਜਿਹੜਾ ਸਾਲ ਦੇ ਵਿੱਚ 2 ਵਾਰ ਲੈ ਰਹੇ ਨੇ, ਸਾਲ ਵਿੱਚ 1 ਕਰਨ ਦਾ ਉਹਨਾਂ ਆਸ਼ਵਾਸਨ ਦਿੱਤਾ ਕਿ ਇਸ ਜਨਵਰੀ ਦੇ ਮਹੀਨੇ ਦੇ ਵਿੱਚ ਕਰਕੇ ਦੇਣਗੇ। ਅਸੀਂ ਉਹਨਾਂ ਨੂੰ ਨਿਮਰਤਾ ਸਹਿਤ ਫਿਰ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਆਪ ਜੀ ਨੇ ਅੱਜ ਤੱਕ ਟਰਾਂਸਪੋਰਟ ਦਾ ਸਾਥ ਦਿੱਤਾ ਹੈ, ਇਹ ਸਾਡੀ ਫਿਟਨੈਸ ਜਿਹੜੀ ਹੈ ਇਸ ਦੀ ਵੀ ਸਾਲ ਤੋਂ 6 ਮਹੀਨੇ ਜਾਂ 50% ਫੀਸ ਕਰਕੇ ਸਾਨੂੰ ਇਸ ਦੇ, ਕਿਉਂਕਿ ਅਸੀਂ ਹਰ ਜਗ੍ਹਾ ਸਰਕਾਰ ਨੂੰ ਸਹਿਯੋਗ ਕਰਦੇ ਹਾਂ, ਸਰਕਾਰ ਨਾਲ ਮਿਲ ਕੇ ਚੱਲਦੇ ਹਾਂ। ਅਗਰ ਸਰਕਾਰ ਨਾਲ ਮਿਲ ਕੇ ਚੱਲਦੇ ਹਾਂ, ਸਰਕਾਰ ਨੇ ਜਿਸ ਤਰ੍ਹਾਂ ਸਾਡੀਆਂ ਇਹ ਮੰਗਾਂ ਪੂਰੀਆਂ ਕੀਤੀਆਂ, ਅਸੀਂ ਇਹ ਵੀ ਡਿਮਾਂਡ ਰੱਖਦੇ ਹਾਂ ਕਿ ਫਿਟਨੈਸ ਵਾਲਾ ਜਿਹੜਾ ਉਹ ਵੀ ਜਨਵਰੀ ਦੇ ਵਿੱਚ ਸਰਕਾਰ ਇਸ ਮੰਗ ਨੂੰ ਵੀ ਪੂਰੀ ਕਰੇ। ਤੇ ਆਪ ਜੀ ਦਾ ਆਏ ਦੇ ਸਾਰੇ ਮੀਡੀਆ ਕਰਮੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।